ਜੇਲ੍ਹ ਤੋਂ ਆਉਣ ਤੋਂ ਬਾਅਦ ਦੁਬਾਰਾ ਕੀ ਕਰੋਗੇ? ਮਾਫੀ ਜੀ। ਉਹ ਪੈਸਿਆਂ ਦਾ ਕੀ ਕੀਤਾ ਜਿਹੜੇ ਲੈ ਕੇ ਗਏ ਸੀ? ਇਹ ਤਿੰਨ ਸਰ ਕਿਹਨੂੰ ਦੇ ਦਿੱਤੇ? ਸਭ ਪੁਲਿਸ ਵਾਲਿਆਂ ਨੇ ਸਰ ਜੀ। ਨਹੀਂ ਕਿਸੇ ਵੀ ਗਰੀਬ ਨਾਲ ਅਗਰ ਜ਼ੁਲਮ ਕਰੀਏ ਫੜੀ ਤਾਂ ਜਾਈਦਾ ਹੀ ਹੈ। ਕਿੰਨਾ ਕੁ ਚਿਰ ਭੱਜਾਂਗੇ ਕਿੰਨਾ ਕੁ ਚਿਰ ਖਾਵਾਂਗੇ। ਇਹ ਜਿਹੜੇ ਡਾਕੂ ਮਜ਼ੀਦ ਵਾਰਦਾਤਾਂ ਕਰਦੇ ਨੇ ਤੁਹਾਡੇ ਜੈਸੇ ਤੁਹਾਡੇ ਪੇਟੀ ਭਰਾ, ਉਹਨਾਂ ਨੂੰ ਕੀ ਪੈਗਾਮ ਦੇਵੋਗੇ ਕਿ ਜੀ ਡਕੈਤੀਆਂ ਜਿੰਨੀਆਂ ਮਰਜ਼ੀ ਮਾਰ ਲਵੋ, ਆਖਰਕਾਰ ਇਹ ਹੱਥਕੜੀਆਂ ਇਹ ਜ਼ੇਵਰ ਤੁਹਾਨੂੰ ਪਾਣਾ ਪਏਗਾ? ਹਾਂਜੀ ਬਤਾਈਦਾ। ਹੁਣ ਦੱਸੋ ਨਾ ਉਹਨਾਂ ਨੂੰ। ਹੁਣ ਅਸੀਂ ਦੱਸ ਰਹੇ ਹਾਂ, ਪਾਈਆਂ ਖੜੀਆਂ ਨੇ ਕੜੀਆਂ ਸੋਨੇ ਦੀਆਂ। ਅਲੀ ਸਾਹਿਬ ਤੁਸੀਂ ਕੀ ਕਰਦੇ ਹੋ? ਮਿਹਨਤ ਮਜ਼ਦੂਰੀ ਮਿਸਤਰੀਆਂ ਨਾਲ ਜੀ। ਇਹ ਬੜੀ ਹੈਵੀ ਕਿਸਮ ਦੀ ਨਹੀਂ ਮਿਹਨਤ ਕੀਤੀ ਤੁਸੀਂ? ਸਰ ਜੀ ਇਹ ਸਾਰਾ ਗਾਡਾ ਨਹੀਂ ਕਰਾਇਆ ਸਾਡੇ ਕੋਲ ਜੀ, ਅਸੀਂ ਇੰਨੇ ਜੋਗੇ ਨਹੀਂ ਸੀ ਹੈਗੇ। ਜੋਗੇ ਕਿਉਂ ਨਹੀਂ ਹੈ ਸੀ? ਅਗਰ ਜੋਗੇ ਹੈ ਸੀ ਨਾ ਤੇ ਤੁਸੀਂ ਗਾਰਡਾਂ ਨਾਲ ਰਾਬਤਾ ਕੀਤਾ। ਉਹਨਾਂ ਨੇ ਕਿਹਾ ਆ ਕੇ ਲੈ ਜੋ ਪੈਸੇ ਪੈਣ ਕੁਛ ਨਹੀਂ ਹੁੰਦਾ, ਇੰਜ ਕਿਸੇ ਨੂੰ ਕਬੂਤਰ ਕੋ ਟੁਰ ਜਾਂਦਾ ਹੈ। ਕਿੰਨੇ ਰੇਕੀ ਕੀਤੀ ਸੀ? ਕਿਹਦੀ ਪਲੈਨਿੰਗ ਸੀ? ਕਿਹਨੂੰ ਪਤਾ ਸੀ? ਕਿੰਨੇ ਤੁਹਾਡੇ ਨਾਲ ਰਾਬਤਾ ਕੀਤਾ? ਸਾਡੇ ਨਾਲ ਮੁਜ਼ੰਮਲ ਨੇ ਰਾਬਤਾ ਕੀਤਾ। ਅੱਗੋਂ ਸਾਰਿਆਂ ਗਾਡਾਂ ਦੀ ਪਲੈਨਿੰਗ ਸੀ, ਸਾਰਿਆਂ ਨੂੰ ਅਸੀਂ ਮਿਲੇ ਹਾਂ। ਨਹੀਂ ਜੀ ਇਹ ਕੀਤੀ ਇੱਕ ਹੀ ਉਹਦੇ 'ਚ ਅਸੀਂ ਇਹ ਫੜੇ ਹੋਏ ਹਾਂ। ਇੱਕ ਹੀ ਕੀਤੀ ਹੈ ਤੇ ਉਹਦੇ 'ਚ ਹੀ ਫੜੇ ਗਏ ਹੋ? ਹਾਂਜੀ। ਫੜੇ ਕਿਸ ਤਰ੍ਹਾਂ ਗਏ ਹੋ? ਬਸ ਉਸ ਗਾਰਡ ਨੇ ਫੜਾ ਦਿੱਤਾ, ਸਾਡੇ ਕੋਲ ਪੈਸਾ ਹਿੱਸਾ ਵੀ ਲਿਆ ਹੈ, ਰਿਕਵਰੀ ਨਹੀਂ ਹੋ ਰਹੀ ਉਦੋਂ, ਉਹ ਫੜੀ ਨਹੀਂ ਰਿਹਾ ਹੈ। अस्सलाम वालेकुम, मैं हूं एडी मलक और आप देख रहे हैं एडी मलक ऑफिशियल। नाज़रीन, मैं इस वक्त थाना फैक्ट्री एरिया में मौजूद हूं, जहां पुलिस ने ऐसे ख़तरनाक डाकुओं को गिरफ़्तार किया है जो ना सिर्फ घरों में डकैतियाँ करते बल्कि फैक्ट्रियों को भी वो गन पॉइंट पर लूट मार करते हैं। इसी तरह उनसे जानते हैं कि उन्होंने फैक्ट्री के अंदर जो मौजूद सिक्योरिटी गार्ड थे उनको किस तरह यरगमाल बनाया और करोड़ों रुपए की वारदात करने में कामयाब हुए। तो ये सारा मामला क्या है, उन्हीं डाकुओं से जानते हैं। बिल्कुल, फैक्ट्री में 1 करोड़ से ज़ायद मालियत की डकैती करने वाले वो 2 डाकू इस वक्त पुलिस की हिरासत में हैं। उनसे जानते हैं कि ये वारदात इन्होंने किस तरह सर अंजाम दी और कैसे ये लोग उस फैक्ट्री के अंदर दाखिल हुए। तो क्या नाम है भाई आपका? वकार अहमद। वकार कहाँ के रहने वाले हो? हाफिजाबाद से। कितनी डकैतियाँ इससे पहले की? एक भी नहीं की है। शक्ल से तो वैसे लगता है कि यार काफ़ी पुराने हो। नहीं सर, नहीं काफ़ी पुराने हैं। नहीं तो फिर ये कैसे प्लान बना फैक्ट्री के अंदर जाके 1 करोड़ रुपया आपने छीन लिया? ਉਹ ਜੀ ਪ੍ਰੋਗਰਾਮ ਉਹਨੇ ਹੀ ਬਣਾਇਆ ਸੀ, ਉਹਨਾਂ ਨੇ ਰੇਖੀ ਸੀ, ਸਾਰੇ ਜਿਹੜੇ ਉਹਨਾਂ ਦੇ ਮੁਲਾਜ਼ਮ ਸੀ ਉਹਨੇ ਹੀ ਰੇਖੀ ਕੀਤੀ ਸੀ। ਕਿੰਨੇ ਰੇਕੀ ਕੀਤੀ ਸੀ? ਕਿਹਦੀ ਪਲੈਨਿੰਗ ਸੀ? ਕਿਹਨੂੰ ਪਤਾ ਸੀ? ਕਿੰਨੇ ਤੁਹਾਡੇ ਨਾਲ ਰਾਬਤਾ ਕੀਤਾ? ਸਾਡੇ ਨਾਲ ਮੁਜ਼ੰਮਲ ਨੇ ਰਾਬਤਾ ਕੀਤਾ। ਅੱਗੋਂ ਸਾਰਿਆਂ ਗਾਡਾਂ ਦੀ ਪਲੈਨਿੰਗ ਸੀ, ਸਾਰਿਆਂ ਨੂੰ ਅਸੀਂ ਮਿਲੇ ਹਾਂ। ਅੱਛਾ, ਤੇ ਉਹ ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਫੈਕਟਰੀ ਦੇ ਜਿਹੜੇ ਗਾਰਡ ਸੀ ਉਹ ਮੁਲਵਸ ਸਨ, ਉਹਨਾਂ ਨੂੰ ਪਤਾ ਸੀ ਕਿ ਪੈਸੇ ਨੇ, ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕੀਤਾ। ਤੁਹਾਡਾ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਰਾਬਤਾ ਸੀ? ਕਿਵੇਂ ਰਾਬਤਾ ਬਣਿਆ? ਇਹ ਅਲੀ ਭਾਈ ਦਾ ਰਾਬਤਾ ਸੀ ਉਹਨਾਂ ਦੇ ਨਾਲ। ਉਹਨਾਂ ਦੇ ਗਾਉਂ ਦਾ ਗਾਰਡ ਜਿਹੜਾ ਸੁਪਰਵਾਈਜ਼ਰ ਮੁਜ਼ੰਮਲ ਹੈ ਇਹਨਾਂ ਦੇ ਪਿੰਡ ਦਾ ਸੀ। ਤੇ ਤੁਹਾਡਾ ਅਲੀ ਭਾਈ ਦੇ ਨਾਲ ਰਾਬਤਾ ਕਿਵੇਂ ਬਣਿਆ? ਬਸ ਨਸੀਬ ਹਾਰ ਗਿਆ ਤੇ ਬਣ ਗਿਆ। ਯਾਨੀ ਕਿ ਡਾਕੂਆਂ ਦਾ ਰਾਬਤਾ ਡਾਕੂਆਂ ਦੇ ਨਾਲ ਹੀ ਹੁੰਦਾ ਹੈ ਨਾ? ਨਹੀਂ, ਸਾਡੇ ਪਿੰਡ ਦਾ ਮੁੰਡਾ ਉਹਦੇ ਨਾਲ ਰਾਬਤਾ ਹੋਇਆ ਸੀ, ਉਸ ਮੈਨੂੰ ਇਹਦੇ ਨਾਲ ਕਨੈਕਟ ਕੀਤਾ ਸੀ। ਉਹ ਤੁਹਾਡੇ ਪਿੰਡ ਦਾ ਮੁੰਡਾ ਵੀ ਇਸ ਵਕਤ ਹਵਾਲਾਤ ਦੇ ਵਿੱਚ ਹੈ? ਹਾਂਜੀ। ਉਹ ਵੀ ਇਹੀ ਵਾਰਦਾਤਾਂ ਕਰਦਾ ਸੀ? ਨਹੀਂ ਜੀ ਇਹ ਕੀਤੀ ਇੱਕ ਹੀ ਉਹਦੇ 'ਚ ਅਸੀਂ ਇਹ ਫੜੇ ਹੋਏ ਹਾਂ। ਇੱਕ ਹੀ ਕੀਤੀ ਹੈ ਤੇ ਉਹਦੇ 'ਚ ਹੀ ਫੜੇ ਗਏ ਹੋ? ਹਾਂਜੀ। ਫੜੇ ਕਿਸ ਤਰ੍ਹਾਂ ਗਏ ਹੋ? ਬਸ ਉਸ ਗਾਰਡ ਨੇ ਫੜਾ ਦਿੱਤਾ, ਸਾਡੇ ਕੋਲ ਪੈਸਾ ਹਿੱਸਾ ਵੀ ਲਿਆ ਹੈ, ਰਿਕਵਰੀ ਨਹੀਂ ਹੋ ਰਹੀ ਉਦੋਂ, ਉਹ ਫੜੀ ਨਹੀਂ ਰਿਹਾ ਹੈ। ਕੁਛ ਸੋਚਿਆ ਨਹੀਂ ਸੀ ਹੈ ਕਿ ਯਾਰ ਐਡੀ ਵੱਡੀ ਵਾਰਦਾਤ ਕਰਾਂਗੇ ਅਸੀਂ, ਅਗਰ ਫੜੇ ਗਏ ਤੇ ਸਾਡਾ ਫਿਰ ਕੀ ਬਣੇਗਾ? ਉਹਨਾਂ ਨੇ ਕੁਰਾਨ ਜ਼ਾਮਨ ਦਿੱਤਾ ਸੀ, ਉਹ ਬਾਬਾ ਹਾਜੀ ਸੀ, ਉਹ ਜਿਨ੍ਹਾਂ ਦੀ ਫੈਕਟਰੀ ਉਹਨਾਂ ਨੂੰ ਖੁਦ ਪਤਾ ਸੀ, ਉਸ ਸਾਨੂੰ ਕੁਰਾਨ ਜ਼ਾਮਨ ਦਿੱਤਾ। ਅੱਗੇ ਉਹਨਾਂ ਦਾ 9 ਲੱਖ ਰੁਪਇਆ ਖੁੱਸਿਆ, ਕੁਛ ਵੀ ਨਹੀਂ ਬਣਿਆ, ਤੁਸੀਂ ਇੱਕ ਵਾਰੀ ਸਾਡਾ ਕੰਮ ਕੱਢੋ। ਅਸੀਂ ਜੋਸ਼ ਵਿੱਚ ਆ ਕੇ ਕੱਢ ਦਿੱਤਾ। तू शादीशुदा? नहीं। काम क्या करते थे? ड्राइवरी। तो वो नहीं ठीक थी कि ये ठीक थी? वो ही ठीक है। कितने में डील हुई थी कि कितने पैसे हिस्सा मिलेगा? 10 लाख रुपया। जारी बात है ना, दिल में आया कि 10 लाख होगा, अपनी गाड़ी ले लेंगे, फिर उसके बाद मज़ीद यही वारदातें करेंगे, पकड़े तो जाना नहीं हमने? नहीं, ऐसा ख्याल कभी भी ना जी। नहीं, ऐसा ख्याल था कि जी पुलिस तो काम ही नहीं करती भी ना, क्योंकि पुलिस तो बदनाम है, वो कहती है कि जी डाकू पकड़े नहीं जाते भी। तो आपने भी यही सोचा कि पुलिस का क्या है, अगर पकड़े भी जाएंगे 2-4 लाख उनको देंगे, जान छूट जाएगी। नहीं, किसी भी गरीब ਨਾਲ ਅਗਰ ਜ਼ੁਲਮ ਕਰੀਏ ਫੜੀ ਤਾਂ ਜਾਈਦਾ ਹੀ ਹੈ। ਕਿੰਨਾ ਕੁ ਚਿਰ ਭੱਜਾਂਗੇ ਕਿੰਨਾ ਕੁ ਚਿਰ ਖਾਵਾਂਗੇ। ਜਿਹੜੇ ਡਾਕੂ ਮਜ਼ੀਦ ਵਾਰਦਾਤਾਂ ਕਰਦੇ ਨੇ ਤੁਹਾਡੇ ਜੈਸੇ ਤੁਹਾਡੇ ਪੇਟੀ ਭਰਾ, ਉਹਨਾਂ ਨੂੰ ਕੀ ਪੈਗਾਮ ਦੇਵੋਗੇ ਕਿ ਜੀ ਡਕੈਤੀਆਂ ਜਿੰਨੀਆਂ ਮਰਜ਼ੀ ਮਾਰ ਲਵੋ, ਆਖਰਕਾਰ ਇਹ ਹੱਥਕੜੀਆਂ ਇਹ ਜ਼ੇਵਰ ਤੁਹਾਨੂੰ ਪਾਣਾ ਪਏਗਾ? ਹਾਂਜੀ ਬਤਾਈਦਾ। ਹੁਣ ਦੱਸੋ ਨਾ ਉਹਨਾਂ ਨੂੰ। ਹੁਣ ਅਸੀਂ ਦੱਸ ਰਹੇ ਹਾਂ, ਪਾਈਆਂ ਖੜੀਆਂ ਨੇ ਕੜੀਆਂ ਸੋਨੇ ਦੀਆਂ। ਅਲੀ ਸਾਹਿਬ ਤੁਸੀਂ ਕੀ ਕਰਦੇ ਹੋ?
ਮਿਹਨਤ ਮਜ਼ਦੂਰੀ ਮਿਸਤਰੀਆਂ ਨਾਲ ਜੀ। ਇਹ ਬੜੀ ਹੈਵੀ ਕਿਸਮ ਦੀ ਨਹੀਂ ਮਿਹਨਤ ਕੀਤੀ ਤੁਸੀਂ? ਸਰ ਜੀ ਇਹ ਸਾਰਾ ਗਾਡਾ ਨਹੀਂ ਕਰਾਇਆ ਸਾਡੇ ਕੋਲ ਜੀ, ਅਸੀਂ ਇਹਨੇ ਜੋਗੇ ਨਹੀਂ ਸੀ ਹੈਗੇ। ਜੋਗੇ ਕਿਉਂ ਨਹੀਂ ਹੈ ਸੀ? ਅਗਰ ਜੋਗੇ ਹੈ ਸੀ ਨਾ ਤੇ ਤੁਸੀਂ ਗਾਰਡਾਂ ਨਾਲ ਰਾਬਤਾ ਕੀਤਾ। ਉਹਨਾਂ ਨੇ ਕਿਹਾ ਆ ਕੇ ਲੈ ਜੋ ਪੈਸੇ ਪੈਣ ਕੁਛ ਨਹੀਂ ਹੁੰਦਾ। ਇੰਜ ਕਿਸੇ ਨੂੰ ਕਬੂਤਰ ਕੋ ਟੁਰ ਜਾਂਦਾ ਹੈ। ਗਰੀਬ ਬੰਦੇ ਲਾਲਚ ਚ ਆ ਗਏ ਸੀ ਜੀ। ਲਾਲਚ ਵੀ ਤੇ ਫਿਰ ਕਾਫੀ ਜ਼ਿਆਦਾ ਸੀ ਨਾ, 20 ਲੱਖ ਰੁਪਏ ਮਿਲਣਾ। ਉਹਨੇ ਸਾਨੂੰ ਦੱਸਿਆ ਆ ਕੇ ਲੈ ਜੋ ਕੁਛ ਨਹੀਂ ਹੁੰਦਾ। ਉਹ ਗਾਰਡ ਵਾਰਦਾਤ ਹੀ ਸੀ। ਪਤਾ ਨਹੀਂ ਸਾਨੂੰ ਉਹਨੇ ਕਿਹਾ ਆ ਜੋ ਅੱਜ ਵੀ ਨਾਲ ਸੀ ਸਰ, 4-5 ਗਾਰਡ ਨਾਲ ਨੇ ਸਾਡੇ, ਜਿਹੜੇ ਕੁਝ ਜੇਲ੍ਹ ਜਿਹਨੇ ਕੁਝ ਨਸ ਗਏ ਨੇ ਹਿੱਸਾ ਲੈ ਕੇ। ਨਹੀਂ, ਉਹ ਗਾਰਡ ਦੇ ਨਾਲ ਤੇਰਾ ਕਿਸ ਤਰ੍ਹਾਂ ਰਾਬਤਾ ਹੋਇਆ? ਉਹ ਸਾਡੇ ਗਾँव ਦਾ ਜੀ। ਉਹ ਫਿਰ ਪਤਾ ਹੋਏਗਾ ਨਾ ਕਿ ਜੀ ਇਹ ਬੰਦਾ ਜਿਹੜਾ ਹੈਗਾ ਨਾ ਮੇਰੇ ਨਾਲ, ਅਲੀ ਸਾਹਿਬ ਜਿਹੜਾ ਹੈਗਾ ਨਾ, ਉਹ ਤਾਵਨ ਕਰੇਗਾ, ਇਹਨੂੰ ਜ਼ਰੂਰਤ ਵੀ ਹੈ ਤੇ ਇਹ ਮੰਨ ਵੀ ਜਾਏਗਾ। ਬਿਲਕੁਲ ਜੀ। ਹੁਣ ਕੀ ਇੱਥੇ ਆ ਕੇ ਕੀ ਕੈਸਾ ਮਹਿਸੂਸ ਹੋ ਰਿਹਾ? ਬਹੁਤ ਬੁਰਾ ਹੋ ਰਿਹਾ ਜੀ। ਬੁਰਾ ਲੱਗਦਾ ਹਲੇ ਹੋਇਆ ਨਹੀਂ ਹੈ? ਬੁਰਾ ਬਹੁਤ ਹੋ ਗਿਆ ਸਰ ਜੀ, ਹੋ ਗਿਆ ਜੀ। ਹਾਂਜੀ। ਹੁਣ ਜੇਲ੍ਹ ਤੋਂ ਆਉਣ ਤੋਂ ਬਾਅਦ ਦੁਬਾਰਾ ਕੀ ਕਰੋਗੇ? ਮਾਫੀ ਜੀ। ਉਹ ਪੈਸਿਆਂ ਦਾ ਕੀ ਕੀਤਾ ਜਿਹੜੇ ਲੈ ਕੇ ਗਏ ਸੀ? ਇਹ ਤਿੰਨ ਸਰ ਕਿਹਨੂੰ ਦੇ ਦਿੱਤੇ? ਸਭ ਪੁਲਿਸ ਵਾਲਿਆਂ ਨੇ ਸਰ ਜੀ। ਉਹ ਕਿੱਥੇ? ਉਹਦੇ ਚ ਸਾਰੇ ਪੈਸੇ ਉਹਦੇ ਚ ਖਰਚ ਕੋਈ ਨਹੀਂ ਕੀਤਾ ਵੀ? ਨਹੀਂ ਜੀ, ਡਰ ਗਏ ਸੀ ਜੀ। ਉਹ ਸੰਭਾਲ ਕੇ ਰੱਖੇ ਸੀ ਹਾਂਜੀ। ਪੈਸੇ? ਉੱਥੋਂ ਵਾਰਦਾਤ ਕਰਕੇ ਗਏ ਕਿੱਥੇ ਸੀ? ਅਸੀਂ ਪਿੰਡ ਹੀ ਗਏ ਹਾਂ ਜਿੱਥੇ ਰਹਿੰਦੇ ਹਾਂ। ਆਪਣੇ ਪਿੰਡ ਹੀ ਗਏ ਸੀ? ਹਾਂਜੀ। ਤੇ ਘਰਦਿਆਂ ਨੂੰ ਦੱਸਿਆ ਸੀ ਕਿ ਇਹ ਪੈਸੇ ਅਸੀਂ ਲੈ ਆਏ ਹਾਂ? ਦੱਸਿਆ ਸੀ, ਪਰੇਸ਼ਾਨ ਹੋ ਗਏ। ਘਰਦਿਆਂ ਨੇ ਵੇਖ ਕੇ ਜ਼ਾਹਰੀ ਬਾਤ ਹੈ ਨਾ, ਜਿਹਨੇ 2000 ਨਹੀਂ ਦੇਖਿਆ ਵੀ ਉਹਨੇ ਇੱਕਦਮ ਲੱਖਾਂ ਰੁਪਇਆ ਵੇਖ ਲਿਆ। ਹਾਂਜੀ। ਤੇ ਤੁਹਾਡੀ ਬੇਗਮ ਨੇ ਕੀ ਕਿਹਾ ਸੀ? ਉਹਦੀ ਸ਼ਾਦੀ ਨਹੀਂ ਹੋਈ ਸਰ। ਸ਼ਾਦੀ ਨਹੀਂ ਹੋਈ ਵੀ? ਸ਼ਾਦੀ ਲਈ ਪੈਸੇ ਇਕੱਠੇ ਕਰ ਰਹੇ ਸੀ? ਨਹੀਂ ਜੀ, ਬਸ ਲਾਲਚ। ਮਕਸਦ ਤੇ ਹੁੰਦਾ ਹੈ ਨਾ ਬੰਦੇ ਦਾ। ਸਰ ਜੀ ਆ ਗਿਆ ਸੀ ਬਸ, ਹੋਰ ਕੋਈ। ਕਿਉਂ ਜੀ? ਤੁਸੀਂ ਦੱਸੋ ਕਿ ਹੁਣ ਤੁਹਾਡਾ ਕੀ ਸਜ਼ਾ ਹੋਣੀ ਚਾਹੀਦੀ ਹੈ? ਜੁਰਮ ਤੇ ਤੁਸੀਂ ਕੀਤਾ ਹੈ। ਜੀ ਜੋ ਸਜ਼ਾ ਹੈ ਉਹ ਸਾਨੂੰ ਮਿਲ ਰਹੀ ਹੈ। ਨਹੀਂ, ਹਲੇ ਮਿਲਦੀ ਨਹੀਂ ਨਾ ਪਈ। ਹਲੇ ਤੇ ਸਜ਼ਾ ਤੁਹਾਡੀ ਅਦਾਲਤ ਨੇ ਮੁਕਰਰ ਕਰਨੀ ਹੈ ਨਾ। ਤੇ ਤੁਸੀਂ ਅਦਾਲਤ ਅੱਗੇ ਕੀ ਇਲਤਜਾ ਕਰੋਗੇ ਕਿ ਜੱਜ ਸਾਹਿਬ ਸਾਨੂੰ ਮਾਫ ਕਰ ਦਿਓ ਜਾਂ ਸਾਨੂੰ ਫਿਰ ਮਜ਼ੀਦ ਸਜ਼ਾ ਦਿਓ? ਅਸੀਂ ਮਾਫ ਹੀ ਮੰਗਾਂਗੇ, ਮਾਲਕਾਂ ਕੋਲ ਵੀ ਮੰਗੀ ਹੈ, ਉਹਨਾਂ ਕੋਲੋਂ ਵੀ ਮੰਗਾਂਗੇ, ਅੱਗੇ ਵੀ ਮੰਗੀ ਹੈ ਜੱਜ ਸਾਹਿਬਾਂ ਕੋਲ, ਫਿਰ ਮੰਗਾਂਗੇ। ਇੰਨੀ ਦੁਨੀਆ ਤੁਹਾਨੂੰ ਵੇਖਦੀ ਪਈ ਹੈ, ਉਹ ਵੇਖਣ ਤੋਂ ਬਾਅਦ ਜ਼ਾਹਰੀ ਬਾਤ ਹੈ ਨਾ ਤੁਹਾਡੇ ਆਪਣੇ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਦੋਸਤ ਵੀ ਦੇਖਣਗੇ ਕਿ ਯਾਰ ਇਹ ਅੱਛਾ ਭਲਾ ਬੰਦਾ ਸੀ, ਇਹ ਕੀ ਕੰਮ ਕਰਦਾ ਪਿਆ ਹੈ। ਤੇ ਉਹ ਫਿਰ ਤੁਹਾਨੂੰ ਜਦੋਂ ਮਿਲੇਗਾ ਤੇ ਤੁਸੀਂ, ਤੁਹਾਡੇ ਨਾਲ ਗਿਲਾ ਕਰੇਗਾ, ਤੁਸੀਂ ਉਹਨੂੰ ਕੀ ਜਵਾਬ ਦਿਓਗੇ? ਅਸੀਂ ਆਖਾਂਗੇ ਬਸ ਕੀਤਾ ਹੈ, ਜੁਰਮ ਕਬੂਲ ਕਰਾਂਗੇ ਆਪਣਾ। ਗਲਤੀ ਹੋਈ ਹੈ ਜੀ, ਗਲਤੀ ਹੋ ਗਈ ਹੈ ਸਾਡੇ ਕੋਲ। अजी बिल्कुल, चोर हो या डाकू हो, वो चोरी और डकैती करने के बाद सिर्फ एक ही बात करता है कि जी गलती हो गई है, उस गलती का अजाला किया जाए, हमें माफ़ कर दिया जाए। लेकिन जिनके साथ ये वारदात हो चुकी होती है उनका कौन पुरसाने हाल होगा, उनकी दादरसी कौन करेगा? ये तो हर जगह पर यही इल्तिजा करेंगे कि जी हमें माफ़ कर दें, हमारी पहली वारदात है, हमें ना समझ थे, नादान थे, हमसे गलती हो गई है। लेकिन अदालतों को चाहिए, पुलिस को चाहिए कि ऐसे मुलजमान के ख़िलाफ़ सख्त से सख्त कार्रवाई करें और एक स्ट्रॉन्ग किस्म की इनकी तफ्तीश करें, और ताकि अदालत में जब इनका केस जाए तो जज ये फ़ैसला देने पर मजबूर हो जाए कि इन लोगों को माफ़ी किसी सूरत नहीं दी जा सकती। तो इसी के साथ मुझे दीजिए इजाज़त, मिलते हैं किसी और वीडियो में, तब तक के लिए अल्लाह हाफिज़।